ये अपना जिस्म फरोख्त करती रही। स्कूटी लेके ਉਹਨੂੰ ਹੀ ਮਾਂ ਉਹਨੂੰ ਬੁਰੀ ਲੱਗਦੀ। किन्नी देर मकसद किन्नी देर तो तुसीं दस्सिया कि मैं धंधा कर रही हूँ 22 साल हो गए ने। ਹਾਂਜੀ ਬਾਈ ਸਾਹਿਬ ਸੋ ਵੇਚ ਵੇਚ ਉਹਨਾਂ ਉਮਰਾਂ ਕਰਕੇ ਆਈਆਂ ਅੱਛਾ। ਬੇਜ਼ਗਾਰ ਔਰਤ ਬਣ ਗਈਆਂ ਨਮਾਜ਼ਾਂ ਕੁਰਾਨ ਪੜ੍ਹਨ ਲੱਗ ਗਈਆਂ ਅੱਛਾ। ਤੇ ਹੁਣ ਘਰ ਚ ਡਰਿਆਈਆਂ ਹੀ ਨਹੀਂ ਭਰਾ ਕਹਿੰਦੇ ਨੇ ਅਸੀਂ ਨਹੀਂ ਰੱਖਣਾ अच्छा ਘਰ ਵਾਲੇ ਕਹਿੰਦੇ ਨੇ ਜਿੱਥੇ ਮਰਜ਼ੀ ਦਾ जिस्म फरोशी से तंग आकर ये खातून रावी के ऊपर से छलांग लगाती है, सीधा पानी के अंदर जाती है। ਉਹਨੂੰ ਪੁੱਛਿਆ ਕਿ ਬੀਬੀ ਕੀ ਮਸਲਾ ਹੈ। ਉਹ ਪਹਿਲੇ ਚੁੱਪ ਕਰ ਰਹੀ ਬੋਲਦੀ ਨਹੀਂ ਪਈ ਸੀ। ਮੈਂ ਉਹਨੂੰ ਫਿਰ ਪੁੱਛਿਆ, ਮੈਂ ਕਿਹਾ ਬੀਬੀ ਤੂੰ ਆਪਣਾ ਕੋਈ ਮਸਲਾ ਹੱਲ ਦੱਸੇਂਗੀ ਤੇ ਫਿਰ ਹੀ ਪਤਾ ਲੱਗੇਗਾ ਨਾ। ਉਹਨੇ ਕਿਹਾ ਮੈਂ 22 ਸਾਲ ਜਿਸਮ ਫਰੋਸ਼ੀ ਕੀਤੀ ਹੈ। 22 ਸਾਲ जिस्म फरोशी का धंधा किया। 22 ਸਾਲ ਉਹਨੇ ਕਿਹਾ ਮੈਂ ਜਿਸਮ ਫਰੋਸ਼ੀ ਦਾ ਧੰਦਾ ਕੀਤਾ ਹੈ। ਭਾਵਾਂ ਮੈਨੂੰ ਆਖਿਆ ਕਿ ਨਿਕਲ ਜਾ ਤੂੰ, ਤੈਨੂੰ ਨਹੀਂ ਰੱਖਣਾ ਅਸੀਂ, ਜਾ ਕੇ ਧੰਦਾ ਕਰੇਂਗੀ ਤੇ ਫਿਰ ਠੀਕ ਹੈ, ਤੇਰੇ ਘਰ ਸਾਰੇ ਹੀ ਆਨੇ ਆ। ਮੈਨੂੰ ਮਾਰਦੇ ਨੇ, ਮੈਨੂੰ ਪਾਗਲਖਾਨੇ ਐਸ ਤੋਂ ਭੇਜਦੇ ਅਗਰ ਮੈਂ ਜਿਸਮ ਫਰੋਸ਼ੀ ਨਹੀਂ ਕਰਦੀ ਤੇ ਮੈਨੂੰ ਟੀਕਾ ਲਾ ਕੇ 2-2 3-3 ਕਮਰੇ 'ਚ ਸੁੱਟੀ ਰੱਖਦੇ ਨੇ। ਉਹਨਾਂ ਦੇ ਘਰ ਵਾਲਿਆਂ ਨੂੰ ਬੁਲਾਇਆ ਫਿਰ? ਮੈਂ ਉਹਨਾਂ ਦੇ ਘਰ ਵਾਲੇ ਨੂੰ ਬੁਲਾਇਆ ਕਿ ਉਹਦੀ ਬੇਟੀ ਨੇ ਆਂਦਿਆਂ ਲਫਾਜ਼ ਕੀਤੇ ਸਨ ਕਿ ਇਹ ਹਲੇ ਮਰੀ ਨਹੀਂ। जिस्म फरोशी से तंग आकर ये खातून रावी के ऊपर से छलांग लगाती है, सीधा पानी के अंदर जाती है। लेकिन यहाँ पर सिविल डिफेंस महकमा के जो इंचार्ज हैं अकमल साहब, वो एक्टिव रहते हैं, वो सबकी जानें बचा लेते हैं। इस बार इस खातून की भी जान बचाई और ये जिस्म फरोशी का धंधा करती है। बाकायदा जब इनका इंटरव्यू लिया गया, मोबाइल पर वीडियो बनाई गई, तो ये खातून ने क्या कहा, आइए चलते हैं इनसे बात करते हैं। अस्सलाम वालेकुम जी वालेकुम सलाम। अकमल साहब कैसे हैं आप? ये अल्लाह का बड़ा एहसान है। अच्छा अकमल साहब ये बताएं, ये खातून जब नीचे गिरी, पानी में डूबने लगी, आप लोगों ने बचाया, क्या इसने बोला, फिर इसने क्यों खुदकुशी की? सबसे पहले तो मैं ये कहना चाहता हूँ कि उसने आके जैसे ही पानी में जंप किया, छला उन्हें पानी छाल मारी, लेकिन उस टाइम ਜਿਹੜੇ ਮੇਰੇ ਨੌਜਵਾਨ ਸਨ ਉਹਨਾਂ ਦਾ ਧਿਆਨ ਪਿਆ, ਮੇਰਾ ਧਿਆਨ ਪਿਆ, ਦੌੜ ਕੇ ਅਗਰ ਇੱਕ ਸੈਕਿੰਡ ਉਹਦੇ ਕੋਲ ਅਸੀਂ ਨਾ ਜਾਈਏ ਤਾਂ ਉਹਦੀ ਡੈਥ ਹੋ ਜਾਵੇ, ਕਿਉਂਕਿ ਪਾਣੀ ਉਹਦੇ ਅੰਦਰ ਜਾ ਚੁੱਕਿਆ ਸੀ। ਉਹਨੂੰ ਫੌਰੀ ਅਸੀਂ ਬਾਹਰ ਰੈਸਕਿਊ ਕੀਤਾ, ਮਹਿਕਮਾ ਸਿਵਲ ਡਿਫੈਂਸ ਨੇ ਉਹਨੂੰ ਅਸੀਂ ਬਾਹਰ ਕੱਢਿਆ। ਬਾਹਰ ਕੱਢ ਕੇ ਜਦੋਂ ਉਹਨੂੰ ਹੋਸ਼ ਆਈ, ਉਹਦਾ ਪਾਣੀ 'ਚ ਨਹੀਂ ਕੱਢਿਆ। ਉਹਨੂੰ ਪੁੱਛਿਆ ਕਿ ਬੀਬੀ ਕੀ ਮਸਲਾ ਹੈ। ਉਹ ਪਹਿਲੇ ਚੁੱਪ ਕਰ ਰਹੀ ਬੋਲਦੀ ਨਹੀਂ ਪਈ ਸੀ। ਮੈਂ ਉਹਨੂੰ ਫਿਰ ਪੁੱਛਿਆ, ਮੈਂ ਕਿਹਾ ਬੀਬੀ ਤੂੰ ਆਪਣਾ ਕੋਈ ਮਸਲਾ ਹੱਲ ਦੱਸੇਂਗੀ ਤੇ ਫਿਰ ਹੀ ਪਤਾ ਲੱਗੇਗਾ ਨਾ। ਉਹਨੇ ਕਿਹਾ ਮੈਂ 22 ਸਾਲ ਜਿਸਮ ਫਰੋਸ਼ੀ ਕੀਤੀ ਹੈ। 22 ਸਾਲ जिस्म फरोशी का धंधा किया। 22 ਸਾਲ ਉਹਨੇ ਕਿਹਾ ਮੈਂ ਜਿਸਮ ਫਰੋਸ਼ੀ ਦਾ ਧੰਦਾ ਕੀਤਾ ਹੈ। ਲੇਕਿਨ ਮੇਰਾ ਇੱਕ ਬੇਟਾ ਸੀ, ਬੇਟਾ ਮੇਰਾ ਫੌਤ ਹੋ ਗਿਆ ਤੇ ਮੇਰੀ ਬੇਟੀ ਸੀ। ਬਾਅਦ ਚੋਂ ਮੈਂ ਉਹਨੂੰ ਮਕਸਦ ਕਿ ਮੈਂ ਕਿਹਾ ਪੜ੍ਹ ਲਿਖ ਜਾਵੇ, ਕਿਸੇ ਅੱਛੀ ਜੋਬ ਤੇ ਲੱਗ ਜਾਵੇ। ਲੇਕਿਨ ਉਹਨੇ ਕੀ ਕੀਤਾ, ਆਪਣੀ ਬੇਟੀ ਨੂੰ ਉਹਨੇ ਪੜ੍ਹਾਇਆ ਲਿਖਾਇਆ। ਉਹਨੇ ਕਿਹਾ ਮੈਂ ਸਾਰਾ ਕੁਝ ਕੀਤਾ, ਉਹਨੂੰ ਸਕੂਟੀ ਲੈ ਕੇ ਦਿੱਤੀ, ਉਹ ਆਪਣੀ ਨੌਕਰੀ ਕਰ ਰਹੀ ਹੈ। ਅੱਜ ਉਸੇ ਬੇਟੀ ਨੇ ਮੈਨੂੰ ਮਾਰਿਆ ਤੇ ਮੇਰੇ ਖਾਮਦ ਨੇ ਮੈਨੂੰ ਮਾਰਿਆ ਤੇ ਮੈਂ ਹੱਜ ਕਰਕੇ ਆਈ ਸਾਂ। ਮੈਂ ਕਿਹਾ ਵੀ ਮੈਂ ਅੱਗੋਂ ਤੋਂ ਇਹ ਧੰਦਾ ਨਹੀਂ ਕਰਨਾ। यानी कि हज करने के बाद उसने कहा मैं ये नहीं करूँगा, ਮੈਂ ਇਹ ਧੰਦਾ ਜਿਸਮ ਫਰੋਸ਼ੀ ਦਾ ਧੰਦਾ ਨਹੀਂ ਕਰਨਾ। ਉਹਨੇ ਕਿਹਾ ਮੈਨੂੰ ਮਾਰਿਆ ਕੁੱਟਿਆ, ਲੇਕਿਨ ਮੈਂ ਫਿਰ ਵੀ ਜਿਸਮ ਫਰੋਸ਼ੀ ਕਰਨ ਗਈ। अच्छा ਲੇਕਿਨ ਮੈਨੂੰ ਅੱਛਾ ਨਹੀਂ ਲੱਗਾ ਕਿ ਮੈਂ ਉੱਥੇ ਜਾ ਕੇ ਵਾਅਦਾ ਕੀਤਾ ਸੀ ਕਿ ਮੈਂ ਹੁਣ ਜਿਸਮ ਫਰੋਸ਼ੀ ਨਹੀਂ ਕਰਨੀ। हाँ अल्लाह के घर ਅੱਲਾ ਦੇ ਘਰ ਦੇ ਵਿੱਚ ਜਾ ਕੇ ਮੈਂ ਕਿਹਾ ਕਿ ਮੈਂ ਹੁਣ ਜਿਸਮ ਫਰੋਸ਼ੀ ਨਹੀਂ ਕਰਨੀ ਹੈ, ਲੇਕਿਨ ਮੈਨੂੰ ਫਿਰ ਮਾਰਿਆ। ਮੇਰੀ ਜਾਨ ਲਗਾ, ਮੈਨੂੰ ਬੇਟੀ ਨੇ ਮਾਰਿਆ। अच्छा ਤਾਂ ਮੈਂ ਇਸ ਵਜ੍ਹਾ ਤੋਂ ਸੋਚਿਆ ਕਿ ਮੈਂ ਭਰਾਵਾਂ ਦੇ ਘਰ ਗਈ, ਭਰਾਵਾਂ ਮੈਨੂੰ ਆਖਿਆ ਕਿ ਨਿਕਲ ਜਾ ਤੂੰ, ਤੈਨੂੰ ਨਹੀਂ ਰੱਖਣਾ ਅਸੀਂ, ਜਾ ਕੇ ਧੰਦਾ ਕਰੇਂਗੀ ਤੇ ਫਿਰ ਠੀਕ ਹੈ, ਤੇਰੇ ਘਰ ਸਾਰੇ ਹੀ ਆਨੇ ਆ। यानी कि भरा भी ऐसे भी शामिल सी। ਭਰਾ ਵੀ ਐਸੇ ਚੀਜ਼ ਸ਼ਾਮਲ ਸੀ। ਲੇਕਿਨ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਉਹਨੂੰ ਜਿਸ ਵੇਲੇ ਅਸੀਂ ਪੁੱਛਨੇ ਆ, ਦੱਸਨੇ ਆ, ਉਹ ਅੱਗੋਂ ਬੜੀਆਂ ਅਜੀਬ ਕਹਾਣੀਆਂ ਜਿਹੜੀਆਂ ਦੱਸੀਆਂ। ਉਹਨੇ ਕਿਹਾ ਕਿ ਮੈਨੂੰ ਇਹ ਪਾਗਲਖਾਨੇ ਵੀ ਭੇਜਦੇ ਨੇ, अच्छा ਮੈਨੂੰ ਮਾਰਦੇ ਨੇ, ਮੈਨੂੰ ਪਾਗਲਖਾਨੇ ਐਸ ਤੋਂ ਭੇਜਦੇ ਅਗਰ ਮੈਂ ਜਿਸਮ ਫਰੋਸ਼ੀ ਨਹੀਂ ਕਰਦੀ ਤੇ ਮੈਨੂੰ ਟੀਕਾ ਲਾ ਕੇ 2-2 3-3 ਕਮਰੇ 'ਚ ਸੁੱਟੀ ਰੱਖਦੇ ਨੇ। ਮੈਂ ਕਿ ਕਮਰੇ 'ਚ ਪਈ ਰਹਿੰਦੀ ਹਾਂ। ਲੇਕਿਨ ਉਸ ਕਮਰੇ 'ਚ ਜਦੋਂ ਮੈਂ ਨਿਕਲਣੀ ਹਾਂ, ਮੈਨੂੰ ਹੋਸ਼ ਆਉਂਦੀ ਏ ਤੇ ਮੈਂ ਨਿਕਲਣੀ ਹਾਂ, ਮੈਂ ਸੋਚਣੀ ਹਾਂ ਕਿ ਇਹਦੇ ਕੋਲੋਂ ਬਿਹਤਰ ਹੈ ਅਗਰ ਮੈਂ ਇਹਨੂੰ ਕਮਾ ਕੇ ਲਿਆ ਕੇ ਦੇਵਾਂ ਠੀਕ ਹੈ, ਅਗਰ ਨਾ ਕਮਾ ਕੇ ਲਿਆ ਕੇ ਦੇਵਾਂ ਤੇ ਮਕਸਦ ਕਿ ਮੇਰੀ ਤਾਂ ਕੋਈ ਹਾਲਤ ਨਹੀਂ ਹੈ। ਉਹਨੇ ਕਿ ਮੈਂ ਇਸ ਵਜ੍ਹਾ ਤੋਂ ਆ ਕੇ ਦਰਿਆ 'ਚ ਖੁਦਕੁਸ਼ੀ ਕਰ ਲਈਏ। ਉਹਦਾ ਪਰਸ ਪਾਣੀ 'ਚ ਰਹਿ ਗਿਆ ਸੀ। ਮੈਂ ਲੇਕਿਨ ਉਹਦਾ ਪਰਸ ਕੱਢਿਆ, ਜਦੋਂ ਦਾ ਮੈਂ ਪਰਸ ਕੱਢਿਆ ਉਹਦੇ ਪਰਸ ਵਿੱਚੋਂ ਕਮ ਸੇ ਕਮ 20-22 ਹਜ਼ਾਰ ਰੁਪਏ ਦੇ ਪਰਸ 'ਚੋਂ ਵੀ ਨਿਕਲਿਆ। ਕੁਛ ਉਹਦੇ ਕੋਲ ਹੋਰ ਐਕਸਟਰਾ ਪੈਸੇ ਵੀ ਸਨ। ਉਹ ਸਾਰੇ ਫਿਰ ਮੈਂ ਇਸ ਤਰ੍ਹਾਂ ਕੀਤਾ, ਉਹਨੂੰ ਮੈਂ ਬਿਠਾਈ ਰੱਖਿਆ। ਉਹਦੀ ਮੈਂ ਬੇਟੀ ਨੂੰ ਬੁਲਾਇਆ, ਉਹਦੇ ਖਾਮਦ ਨੂੰ ਬੁਲਾਇਆ, ਉਹਨਾਂ ਦੇ ਘਰ ਵਾਲਿਆਂ ਨੂੰ ਬੁਲਾਇਆ ਫਿਰ? ਮੈਂ ਉਹਨਾਂ ਦੇ ਘਰ ਵਾਲੇ ਨੂੰ ਬੁਲਾਇਆ ਕਿ ਉਹਦੀ ਬੇਟੀ ਨੇ ਆਂਦਿਆਂ ਲਫਾਜ਼ ਕੀਤੇ ਸਨ ਕਿ ਇਹ ਹਲੇ ਮਰੀ ਨਹੀਂ। ਮੈਂ ਆਖਿਆ, ਮੈਂ ਕਿਹਾ ਯਾਰ ਇਹ ਕਿੰਨੇ ਜ਼ਾਲਮ ਲੋਕ ਨੇ। ਉਹਦੇ ਖਾਮਦ ਨੇ ਆ ਕੇ ਕਿਹਾ ਕਿ ਹਜੇ ਤੱਕ ਮਰੀ ਨਹੀਂ। ਉਹਦੀ ਬੇਟੀ ਕਹਿ ਰਹੀ ਕਿ ਹਲੇ ਮਰੀ ਨਹੀਂ, ਅਸਤਗਫਿਰੁल्लाह। ਉਹਦਾ ਖਾਮਦ ਕਹਿ ਰਿਹਾ ਹਲੇ ਮਰੀ ਨਹੀਂ। ਉਹਨੇ ਕਿਹਾ ਅਸੀਂ ਜਾ ਰਹੇ ਹਾਂ, ਇਹਨੂੰ ਮਰਨ ਦਿਓ। ਕੀ ਕਰੋ? ਇਹਨੂੰ ਮਰਨ ਦਿਓ। ਉਹ ਮੈਂ ਉਹਨਾਂ ਨੂੰ ਕਿਹਾ ਜ਼ਾਲਮੋ, ਇੱਕ ਤੁਸੀਂ ਉਹਦੀ ਕਮਾਈ ਕਰ ਰਹੇ ਹੋ, ਇੱਕ ਤੁਸੀਂ ਸਾਰਾ ਕੁਝ ਕਰ ਰਹੇ ਹੋ, ਕਿ ਤੁਸੀਂ ਕਹਿ ਰਹੇ ਹੋ ਮਰਨ ਦਿਓ। ਮੈਂ ਕਿਹਾ ਐਨੀ 22 ਸਾਲ ਉਹਨੇ ਜਿਸਮ ਫਰੋਸ਼ੀ ਕਰਕੇ ਤੁਹਾਨੂੰ ਖਵਾਇਆ, ਠੀਕ ਹੈ, ਤੈਨੂੰ ਪੜਾਇਆ ਲਿਖਾਇਆ, ਲੇਕਿਨ ਉਸ ਤੋਂ ਬਾਅਦ ਮੈਂ ਕਿਹਾ ਤੂੰ ਇਹ ਗੱਲ ਕਰਨੀ ਪਈ ਹੈ। ਮੈਂ ਕਿਹਾ ਤੂੰ ਕੈਸੀ? ਮੈਂ ਕਿਹਾ ਤੂੰ ਬੇਟੀ ਹੈ। ਉਹ ਬਾਅਦ ਜਦੋਂ ਕੋਈ ਜ਼ੇਨ ਚ ਆਇਆ, ਕਹਿੰਦੀ ਮੈਂ ਗੁੱਸੇ 'ਚ ਕੋਈ ਜ਼ਿਆਦਾ ਬੋਲ ਗਈ ਹਾਂ। ਮੈਂ ਕਿਹਾ ਗੁੱਸੇ 'ਚ ਨਹੀਂ, ਤੂੰ ਆਪਣਾ ਸੱਚ ਬੋਲਿਆ ਇੱਥੇ ਆ ਕੇ, ਸੱਚ ਤੇਰੇ ਮੂੰਹ ਉਗਲ ਆਇਆ। ਉਹ ਉਸ ਤੋਂ ਬਾਅਦ ਕੀ ਹੁੰਦਾ ਕਿ ਮੈਂ ਮਕਸਦ ਕੇ ਹਵਾਲੇ ਪੁਲਿਸ ਕਰ ਦੇਣਾ। ਰਾਵੀ ਰੋਡ ਮੈਂ 15 ਪੁਲਿਸ ਨੂੰ ਬੁਲਾਇਆ ਫਿਰ ਤੁਸੀਂ? ਰਾਵੀ ਰੋਡ ਮੈਂ 15 ਤੇ ਕਾਲ ਕਰਨਾ। ਰਾਵੀ ਰੋਡ ਪੁਲਿਸ ASI ਆਂਦਾ, ਉਹਨਾਂ ਨੂੰ ਬਹਾ ਕੇ ਲੈ ਕੇ ਜਾਂਦਾ। ਮੈਂ ਪਰਸ ਹਰ ਚੀਜ਼ ਉਹਨਾਂ ਦੇ ਹੈਂਡਓਵਰ ਕਰ ਦਿੱਤੀ ਹੈ। ਮੈਂ ਕਿਹਾ ਇਹਦੀ ਲਿਖਤ ਪੜ੍ਹਤ ਕਰ ਲਓ, ਅਗਰ ਕੱਲ੍ਹ ਇਹ ਬੀਬੀ ਨੂੰ
ਇਹ ਨਾਲ ਨਹੀਂ ਇਹਨਾਂ ਦੇ ਜਾ ਰਹੀ। ਅਗਰ ਇਹ ਕੱਲ ਮਰ ਜਾਂਦੀ ਹੈ ਜਾਂ ਕੋਈ ਮਸਲਾ ਬਣਦਾ ਇਹਦੇ ਜ਼ਿੰਮੇਦਾਰ ਇਹ ਹੋਣਗੇ। ਉਸ ਬੀਬੀ ਨੇ ਮੈਨੂੰ ਇਹ ਗੱਲ ਕਹੀ ਹੈ, ਮੇਰੇ ਕੋਲ ਤਾਂ ਸ਼ਨਾਖਤੀ ਕਾਰਡ ਵੀ ਹੈਗਾ। ਅੱਛਾ, ਮੈਂ ਤਾਂ ਸ਼ਨਾਖਤੀ ਕਾਰਡ ਦੀਆਂ ਤਸਵੀਰਾਂ ਨਹੀਂ, ਉਹਨਾਂ ਕਹਾ ਤੁਸੀਂ ਜਿੰਨਾ ਮਰਜ਼ੀ ਮਾਵੇ ਮੀਡੀਆ ਇਕੱਠਾ ਕਰਕੇ ਮੇਰੇ ਘਰ ਲੈ ਆਵੋ, ठीक है, मैं बयान दियांगी दबंग, मैं दसांगी सारा कुछ जो मेरे ना होया है। लो जी, ये हालात है। यहाँ पर इस तरह की लड़कियाँ ख़ुदकुशी करने के लिए आती हैं, ख़ातून आती हैं जो कि मजबूरी से और गुर्बत से तंग आकर, कुछ ख़ातून ऐसी होती हैं जो कि जिस्म फरोशी से तंग आकर यहाँ पर ख़ुदकुशी करती हैं। कुछ लड़कियाँ ऐसी होती हैं कि इश्क मोहब्बत में वो पागल हो जाती हैं, जब उनको प्यार नहीं मिलता तो वो आकर यहाँ पर ख़ुदकुशी करने की कोशिश करती हैं। तो ये हालात चलते रहते हैं, लेकिन यहाँ पर जो है ये सिविल डिफेंस का महकमा जो है वो फौरी तौर पर एक्टिव रहता है। और जो अकमल साहब है, इंचार्ज साहब, ये फौरी तौर पर ये एक्टिव रहते हैं 24 घंटे। ये डूबने नहीं देते, ये मरने नहीं देते, ये लोगों को बचा लेते हैं। ये बहुत बड़ी बात है। वैसे तुसी यकीन मनो एक किस्म नाल नौकरी दे नाल नाल जहाद कर रहे हो तुसी। तो नाज़रीन, ये वो खातून है जिसकी वीडियो मैं साथ चला रहा हूँ। आप इस खातून का बयान भी सुने, इसकी वीडियो भी आप चेक करें। तो ये हालात हैं। तो मज़ीद आगे चलकर हम आपको बताएंगे कि मज़ीद यहाँ पर क्या होने वाला है। अब तब तक के लिए मुझे इजाज़त दीजिएगा। अल्लाह हाफ़िज़।